ਦੋਸਤੋ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਰਿਸ਼ਤਿਆਂ ਦੀ ਜੋ ਇੱਕ ਛੱਤ ਦੇ ਥੱਲੇ ਸਰੀਰਕ ਰੂਪ ਦੇ ਵਿੱਚ ਇਕੱਠੇ ਰਹਿ ਰਹੇ ਹੁੰਦੇ ਹਨ, ਪਰ ਮਾਨਸਿਕ ਤੌਰ ਦੇ ਉੱਤੇ ਕੋਹਾਂ ਦੂਰ ਹੁੰਦੇ ਹਨ। ਕੇਵਲ ਮਾਨਸਿਕ ਤੌਰ ਤੇ ਕੋਹਾਂ ਦੂਰ ਨਹੀਂ ਹੁੰਦੇ, ਸਗੋਂ ਮਰ ਚੁੱਕੇ ਰਿਸ਼ਤਿਆਂ ਦੀ ਲਾਸ਼ ਆਪਣੇ ਕੰਧਿਆਂ ਉੱਤੇ ਉਠਾਈ ਫਿਰਦੇ ਹਨ ਅਤੇ ਬੜੀ ਬੋਝਲ ਜ਼ਿੰਦਗੀ ਬਤੀਤ ਕਰਦੇ ਹਨ। ਹਾਂ, ਤੁਸੀਂ ਠੀਕ ਸੁਣਿਆ। ਇਸ ਤਰ੍ਹਾਂ ਦੀ ਸਿਚੁਏਸ਼ਨ, ਇਸ ਪ੍ਰਕਾਰ ਦੇ ਰਿਸ਼ਤਿਆਂ ਨੂੰ ਅਸੀਂ ਕਹਿੰਦੇ ਹਾਂ ਟੌਕਸਿਕ ਰਿਲੇਸ਼ਨਸ਼ਿਪ। ਟੌਕਸਿਕ ਰਿਲੇਸ਼ਨਸ਼ਿਪ ਦੋਸਤੋ, ਇੱਥੇ ਮੈਂ ਮਾਈਕਰੋ ਰੀਜ਼ਨਿੰਗ ਨਹੀਂ ਕਰਨ ਜਾ ਰਿਹਾ ਕਿ ਕੀ ਕਾਰਨ ਸੀ ਜਿਨ੍ਹਾਂ ਕਰਕੇ ਇਹ ਰਿਸ਼ਤਿਆਂ ਦੇ ਵਿੱਚ ਖਟਾਸ ਪੈਦਾ ਹੋਈ, ਕੁੜੱਤਣ ਆਈ ਜਾਏ, ਟੌਕਸਿਕ ਬਣ ਗਏ। ਅਗਰ ਤੁਸੀਂ ਸਕਰੂਟਨੀ ਕਰਦੇ ਵੀ ਹੋ ਤਾਂ ਫਿਰ ਵੀ ਇਹ ਸਾਰੇ ਕਾਰਨ ਇੱਕ ਰੂਟ ਤੇ ਜਾ ਕੇ ਮਿਲਣਗੇ। ਹਾਂ, ਮੈਂ ਰੂਟ ਜ਼ਰੂਰ ਦੱਸਾਂਗਾ। ਜਿਵੇਂ ਮੈਂ ਉਹਦੇ ਲਈ ਆਹ ਕੀਤਾ, ਉਹਨੇ ਮੇਰੇ ਲਈ ਆਹ ਨਹੀਂ ਕੀਤਾ। ਉਹਦੇ ਪਰਿਵਾਰ ਲਈ ਮੈਂ ਆਹ ਕੀਤਾ, ਉਹਨੇ ਮੇਰੇ ਪਰਿਵਾਰ ਲਈ ਆਹ ਨਹੀਂ ਕੀਤਾ। ਮੈਂ ਉਹਦੇ ਕੋਲ ਇਸ ਚੀਜ਼ ਦੀ ਡਿਮਾਂਡ ਕੀਤੀ ਸੀ, ਉਹ ਮੇਰੀ ਪੂਰੀ ਨਹੀਂ ਹੋਈ, ਇਤਿਆਦ। ਰੂਟ ਐਕਸਪੈਕਟੇਸ਼ਨ, ਡੈਫੀਨੇਟਲੀ ਐਕਸਪੈਕਟੇਸ਼ਨ। ਅਕਸਰ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਪਿਆਰ ਦੀ ਗੱਲ ਕਰਦੇ ਹਾਂ, ਜੋ ਵਾਸਤਵ ਦੇ ਵਿੱਚ ਪੜਚੋਲ ਕਰਕੇ ਦੇਖਿਆ ਜਾਵੇ ਤੇ ਪਿਆਰ ਹੁੰਦਾ ਹੀ ਨਹੀਂ। ਰਿਸ਼ਤਿਆਂ ਦੀ ਬੁਨਿਆਦ ਵੱਲ ਝਾਤ ਮਾਰਦਿਆਂ ਅਸਲੀਅਤ ਸਾਹਮਣੇ ਆ ਜਾਂਦੀ ਹੈ ਕਿ ਰਿਸ਼ਤਿਆਂ ਦੀ ਸ਼ੁਰੂਆਤ ਕਿਵੇਂ ਹੋਈ। ਕੀ ਕੋਈ ਸਰੀਰਕ ਖਿੱਚ, ਸਰੀਰਕ ਆਕਰਸ਼ਣ, ਫਾਈਨਾਂਸ ਬੁਨਿਆਦ ਸੀ ਇਹਨਾਂ ਰਿਸ਼ਤਿਆਂ ਦੀ? ਕੋਈ ਪਦਵੀ, ਰੁਤਬਾ, ਸ਼ੋਹਰਤ, ਅਜਿਹੀਆਂ ਚੀਜ਼ਾਂ ਬੁਨਿਆਦ ਸੀ ਇਹਨਾਂ ਰਿਸ਼ਤਿਆਂ ਦੀ? ਹਾਂ, ਬਿਲਕੁਲ। ਯਹੀਆਂ ਹੀ ਚੀਜ਼ਾਂ ਬੁਨਿਆਦ ਹੋਣਗੀਆਂ ਇਹਨਾਂ ਰਿਸ਼ਤਿਆਂ ਦੇ, ਤਾਂ ਹੀ ਕਰਕੇ ਇਹ ਖਟਾਸ ਔਰ ਕੁੜੱਤਣ ਔਰ ਟੌਕਸਿਟੀ ਵਾਲੇ ਪਾਸੇ ਸਾਡੀ ਰਿਲੇਸ਼ਨਸ਼ਿਪ ਵੱਧ ਗਈ। ਅਸੀਂ ਇੱਕ ਭਰਮ 'ਚ ਫਿਰਦੇ ਹਾਂ ਕਿ ਸਾਡੇ ਰਿਸ਼ਤਿਆਂ ਦੀ ਬੁਨਿਆਦ ਪ੍ਰੇਮ ਸੀ। ਦੋਸਤੋ, ਐਸਾ ਨਹੀਂ। ਅਗਰ ਜੇ ਪ੍ਰੇਮ ਹੁੰਦਾ ਇਹਨਾਂ ਰਿਸ਼ਤਿਆਂ ਦੀ ਬੁਨਿਆਦ, ਤਾਂ ਇਸ ਪ੍ਰਕਾਰ ਦੀ ਸਿਚੁਏਸ਼ਨ ਦਾ ਅਸੀਂ ਕਦੇ ਸਾਹਮਣਾ ਨਹੀਂ ਕਰਦੇ। ਪ੍ਰੇਮ ਦੇ ਨਾਂ ਦੇ ਉੱਤੇ ਇਨਫੈਚੁਏਸ਼ਨ ਹੋ ਸਕਦੀ ਹੈ, ਕੁਝ ਹੋਰ ਕਾਰਨ ਹੋ ਸਕਦੇ ਹਨ। ਖੈਰ, ਮੈਂ ਉਹਨਾਂ ਕਾਰਨਾਂ ਵੱਲ ਨਹੀਂ ਵਧੂੰਗਾ। ਇੱਥੇ ਸਿਰਫ ਮੈਂ ਇੱਕ ਜ਼ਿਕਰ ਕਰੂੰਗਾ ਕਿ ਜ਼ਿੰਦਗੀ ਬਹੁਤ ਕੀਮਤੀ ਹੈ ਦੋਸਤੋ, ਬਹੁਤ ਕੀਮਤੀ ਹੈ ਦੋਸਤੋ। ਮਾਨਸਿਕ ਪਰੇਸ਼ਾਨੀਆਂ ਦੇ ਵਿੱਚ ਜ਼ਿੰਦਗੀ ਨੂੰ ਭੋਗਣਾ ਇੱਕ ਬਹੁਤ ਵੱਡੀ ਗੁਲਾਮੀ ਦੀ ਨਿਸ਼ਾਨੀ ਹੈ। ਮੈਂ ਇੱਥੇ ਬਹੁਤ ਵਿਸਤ੍ਰਿਤ ਜਾਣਕਾਰੀ ਨਹੀਂ ਦਊਂਗਾ, ਕੱਲੇ ਕਾਰਨ ਦੀ ਐਕਸਪਲੇਨੇਸ਼ਨ ਦੇ ਕੇ ਮੈਂ ਸਿਰਫ ਕੁਝ ਚੀਜ਼ਾਂ, ਕੁਝ ਸੁਝਾਅ ਇਸ ਰਿਸ਼ਤਿਆਂ ਨੂੰ ਲੈ ਕੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਉਹ ਇਹ ਕਿ ਸਭ ਤੋਂ ਪਹਿਲਾਂ ਤੇ ਆਓ ਬੁਨਿਆਦ ਜਾਣੀਏ ਕਿ ਸਾਡੇ ਰਿਸ਼ਤਿਆਂ ਦੀ ਬੁਨਿਆਦ ਕੀ ਸੀ। ਸ਼ੁਰੂਆਤ ਇਸ ਰਿਸ਼ਤਿਆਂ ਦੇ ਸੁਧਾਰ ਦੀ ਸਾਡੀ ਸਵੈ ਪੜਚੋਲ ਤੋਂ ਹੋਣੀ ਹੈ ਦੋਸਤੋ। ਮਿਸਾਲ ਦੇ ਤੌਰ ਦੇ ਉੱਤੇ ਇੱਕ ਕਪਲ ਸੋਸ਼ਲ ਨੋਟ ਦੇ ਵਿੱਚ ਬਚਦਾ ਹੈ, ਜਿਹਨੂੰ ਅਸੀਂ ਵਿਆਹ ਦਾ ਨਾਮ ਦਿੰਦੇ ਹਾਂ। ਲੜਕੇ ਦੇ ਮਾਪੇ ਐਕਸਪੈਕਟ ਕਰਦੇ ਹਨ ਕਿ ਇਹ ਲੜਕੀ ਆਉਂਦਿਆਂ ਸਾਰ ਹੀ ਸਾਡੀ ਐਕਸਪੈਕਟੇਸ਼ਨ ਤੇ ਖਰੀ ਉਤਰੇ, ਜਿਵੇਂ ਸਾਡੇ ਘਰ ਦੇ ਰੀਤੀ ਰਿਵਾਜ ਹਨ ਉਹਦੇ ਮੁਤਾਬਕ ਹੀ ਚੱਲੇ। ਤੇ ਅਕਸਰ ਇਹ ਭੁੱਲ ਜਾਂਦੇ ਹਨ ਕਿ ਲੜਕੀ ਸਰੀਰਕ ਰੂਪ ਵਿੱਚ ਤੁਹਾਡੇ ਘਰ ਦੇ ਵਿੱਚ ਆਈ ਹੈ, ਮਾਨਸਿਕ ਰੂਪ ਦੇ ਵਿੱਚ ਅਜੇ ਵੀ ਇਹਦੀਆਂ ਤੰਦਾਂ ਉਸ ਪਰਿਵਾਰ ਨਾਲ ਜੁੜੀਆਂ ਹਨ ਜਿੱਥੇ ਇਹ ਪੈਦਾ ਹੋਈ, ਵੱਡੀ ਹੋਈ, ਪਲੀ ਅਤੇ ਇਹਨੇ ਆਪਣੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦਾ ਨਿੱਘ ਮਾਣਿਆ ਹੈ। ਉਹਦੇ ਵਿੱਚ ਕਈ ਪ੍ਰਕਾਰ ਦੇ ਹੋਰ ਵੀ ਰਿਸ਼ਤੇ ਹੋਣਗੇ, ਮਾਂ-ਬਾਪ, ਭੈਣ ਭਰਾ। ਅਗਰ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਲੜਕੀ ਓਵਰਨਾਈਟ ਚੇਂਜ ਹੋ ਜਾਵੇ, ਤਾਂ ਇਹ ਲੜਕੀ ਦੀ ਮਾਨਸਿਕਤਾ ਦੇ ਉੱਤੇ ਅਤਿਆਚਾਰ ਹੈ ਅਤੇ ਸ਼ੁਰੂਆਤ ਹੈ ਰਿਸ਼ਤਿਆਂ ਦੀ ਖਟਾਸ ਵੱਲ ਵਧਣ ਦੀ। ਉੱਥੇ ਮੈਂ ਇਹ ਵੀ ਜ਼ਿਕਰ ਕਰਕੇ ਜਾਵਾਂਗਾ ਕਿ ਲੜਕੀ ਦੇ ਪਰਿਵਾਰ ਵੱਲੋਂ ਲੋੜ ਤੋਂ ਵੱਧ ਇੰਟਰਵੈਂਸ਼ਨ ਲੜਕੀ ਦੀ ਜ਼ਿੰਦਗੀ ਦੇ ਵਿੱਚ ਜਾਂ ਲੜਕੀ ਦੇ ਇਨ-ਲਾਜ਼ ਦੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਖਰਾਬੀ ਦਾ ਇੱਕ ਅਹਿਮ ਕਾਰਨ ਬਣਦੀ ਹੈ। ਸਾਨੂੰ ਇਹ ਚੀਜ਼ਾਂ ਅਵੋਇਡ ਕਰਨੀਆਂ ਪੈਣਗੀਆਂ। ਮੈਂ ਇੱਕ ਗੱਲ ਕਿਹਾ ਕਰਦਾ ਹਾਂ ਕਿ ਰਿਸ਼ਤੇ ਦਿਲ ਤੋਂ ਦਿਮਾਗ ਤੱਕ ਦਾ ਸਫ਼ਰ ਕਰਦੇ ਕਰਦੇ ਬੋਝਲ ਹੋ ਜਾਇਆ ਕਰਦੇ ਹਨ, ਕਿਉਂਕਿ
ਦਿਲ ਕਦੇ ਹਿਸਾਬ ਲਾਉਂਦਾ ਨਹੀਂ ਤੇ ਦਿਮਾਗ ਬਾਣੀਆਂ ਹੈ, ਕੱਲੀ ਕੱਲੀ ਚੀਜ਼ ਦਾ ਹਿਸਾਬ ਕਿਤਾਬ ਰੱਖਦਾ ਹੈ। ਦਿਮਾਗ ਤੋਂ ਹੀ ਸਾਡੇ ਜ਼ਿਹਨ ਦੇ ਵਿੱਚ ਗਰਜਸ ਆਉਂਦੇ ਹਨ, ਕਿਉਂਕਿ ਸਾਡੀਆਂ ਐਕਸਪੈਕਟੇਸ਼ਨ ਉੱਤੇ ਸੱਟ ਵੱਜਦੀ ਹੈ। ਜੇ ਇਹ ਕਹਿ ਲਿਆ ਜਾਵੇ, the more the expectation, the more the frustration। ਦੋਸਤੋ, ਅਜਿਹੀ ਟੌਕਸਿਟੀ ਚੋਂ ਬਾਹਰ ਨਿਕਲਣ ਦੇ ਕੇਵਲ 2 ਰਾਹ ਹਨ। ਨੰਬਰ 1, ਡਾਈਵੋਰਸ ਹੋ ਜਾਵੇ, ਤਲਾਕ ਹੋ ਜਾਵੇ, ਬ੍ਰੇਕਅਪ ਹੋ ਜਾਵੇ ਤੇ ਕੁਝ ਸਮੇਂ ਦੇ ਲਈ ਤੁਸੀਂ ਮਾਨਸਿਕ ਉਤਪੀੜਨਾਂ ਵਿੱਚੋਂ ਗੁਜ਼ਰੋਗੇ। ਸਮਾਂ ਬੀਤਣ ਦੇ ਨਾਲ ਹੋ ਸਕਦਾ ਤੁਸੀਂ ਰਿਕਵਰ ਹੋ ਜਾਓ। ਦੂਸਰਾ ਅਹਿਮ ਪੱਖ ਹੈ ਇੱਕ ਦੂਜੇ ਦੇ ਨਾਲ ਰਹਿੰਦਿਆਂ ਹੋਇਆਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ। ਮੈਂ ਲੰਬਾ ਵਿਖਿਆਨ ਨਹੀਂ ਦੇਵਾਂਗਾ। ਐਮਪੈਥੀ ਰੱਖਣੀ, ਕਿਸੇ ਦੂਸਰੇ ਦੇ ਹਾਲਾਤਾਂ ਦੇ ਵਿੱਚ ਜਾ ਕੇ ਇਹ ਸਮਝਣ ਦੀ ਕੋਸ਼ਿਸ਼ ਕਰਨੀ ਕਿ ਜੇ ਇਸ ਪ੍ਰਕਾਰ ਦੀਆਂ ਪਰਿਸਥਿਤੀਆਂ ਦਾ ਮੈਂ ਸਾਹਮਣਾ ਕਰ ਰਿਹਾ ਹੁੰਦਾ ਜਾਂ ਕਰ ਰਹੀ ਹੁੰਦੀ ਤਾਂ ਮੇਰੇ ਰਿਐਕਸ਼ਨ ਕੀ ਹੁੰਦੇ। ਰਿਸ਼ਤਿਆਂ ਦੇ ਵਿੱਚ ਕੰਪੈਸ਼ਨੇਟ ਨੂੰ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼, ਇੱਕ ਦੂਸਰੇ ਦੀ ਸਪੇਸ ਨੂੰ ਇਨਕਰੋਚ ਨਾ ਕੀਤਾ ਜਾਵੇ ਤੇ ਬਹੁਤ ਹੀ ਜੋ ਸਾਡੇ ਇੰਟੀਮੇਟਡ ਮੂਮੈਂਟਸ ਹੁੰਦੀਆਂ ਹਨ ਉਹਨਾਂ ਨੂੰ ਪਬਲਿਕਲੀ ਡਿਸਕਲੋਜ਼ ਨਾ ਕੀਤਾ ਜਾਵੇ, ਕਿਉਂਕਿ ਹਰ ਇੱਕ ਵਿਅਕਤੀ ਦੇ ਕੋਲ ਅਜਿਹਾ ਹੁਨਰ ਨਹੀਂ ਹੁੰਦਾ ਕਿ ਤੁਹਾਨੂੰ ਚੰਗੀ ਰਾਏ ਦੇ ਦੇਵੇ। ਕਈ ਵਾਰੀ ਬਹੁਤੇ ਲੋਕ ਤੁਹਾਨੂੰ ਰਿਸ਼ਤਿਆਂ ਦੇ ਪੱਤਨ ਵਾਲੇ ਪਾਸੇ ਤੋਰ ਦਿਆ ਕਰਦੇ ਹਨ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੋ ਅਹਿਮ ਪਲ, ਜੋ ਪਾਇਸ ਮੂਮੈਂਟਸ, ਜੋ ਬਹੁਤ ਹੀ ਇੰਟੀਮੇਟਡ ਮੂਮੈਂਟਸ ਅਸੀਂ ਇਕੱਠਿਆਂ ਨੇ ਬਿਤਾਈਆਂ ਸੀ, ਜੋ ਬਹੁਤ ਹੀ ਜ਼ਿਆਦਾ ਪਲੇਜ਼ੈਂਟ ਸੀ, ਉਹਨਾਂ ਨੂੰ ਰੀਕਾਲ ਕਰਨ ਦੀ ਲੌਜੀਕਲੀ, ਕਿਉਂਕਿ ਜਦੋਂ ਤੁਸੀਂ ਉਹਨਾਂ ਮੂਮੈਂਟਸ ਨੂੰ ਰੀਕਾਲ ਕਰੋਗੇ ਸਾਡੇ ਚਿਹਰੇ ਦੇ ਉੱਤੇ ਇੱਕ ਵੱਖਰਾ ਖਿੜਾਓ ਆ ਜਾਂਦਾ ਹੈ, ਬਲਸ਼ ਆ ਜਾਂਦਾ ਹੈ, ਇੱਕ ਖੁਸ਼ੀ ਆ ਜਾਂਦੀ ਹੈ ਅਤੇ ਅਜਿਹੀਆਂ ਹੀ ਵਾਈਬਸ ਅਸੀਂ ਆਪਣੇ ਪਾਰਟਨਰ ਨੂੰ ਭੇਜਦੇ ਹਾਂ। ਜਦੋਂ ਪਾਰਟਨਰ ਤੋਂ ਟਕਰਾ ਕੇ ਇਹ ਵਾਈਬਸ ਸਾਡੇ ਕੋਲ ਵਾਪਸ ਆਉਂਦੀਆਂ ਹਨ, ਇਹ ਵਾਈਬਸ ਬਹੁਤ ਖੁਸ਼ਗਵਾਰ ਹੁੰਦੀਆਂ ਹਨ, ਜਿਹਦੇ ਨਾਲ ਅਸੀਂ ਇੱਕ ਵਿਸ਼ੇਸ਼ ਸਰਕਲ ਚੋਂ ਬਾਹਰ ਨਿਕਲ ਸਕਦੇ ਹਾਂ ਜਾਂ ਸਾਨੂੰ ਮਦਦ ਮਿਲਦੀ ਹੈ। Don't find flaws with others. No man is perfect. ਕਿਉਂਕਿ ਗਲਤੀਆਂ ਲੱਭਣ ਜਾਵਾਂਗੇ ਤਾਂ ਇਹਦਾ ਕਦੇ ਅੰਤ ਨਹੀਂ ਹੋਵੇਗਾ। ਫਿਰ ਤੇ ਐ ਹੋ ਗਿਆ ਕਿ ਜਿਹੜਾ ਵਿਅਕਤੀ ਗਲਤੀ ਲੱਭਣ ਜਾ ਰਿਹਾ ਹੈ ਉਹ ਆਪਣੇ ਆਪ ਨੂੰ ਪਰਪੱਕ ਮੰਨ ਲੈਂਦਾ ਹੈ ਕਿ ਮੈਂ ਠੀਕ ਹਾਂ ਤੇ ਦੂਸਰਾ ਗਲਤ ਹੈ। ਦੋਸਤੋ, ਇਹਦੇ ਨਾਲ ਵਿਅਕਤੀ ਦੇ ਨਿੱਜੀ ਜੀਵਨ ਨੂੰ ਸੁਧਾਰਨ ਦੀ ਗੁੰਜਾਇਸ਼ ਬਿਲਕੁਲ ਖਤਮ ਹੋ ਜਾਇਆ ਕਰਦੀ ਹੈ। ਤੇ ਮੈਂ ਇੱਕ ਗੱਲ ਇਹ ਵੀ ਕਹਿੰਦਾ ਹਾਂ, ਅਸੀਂ ਕਦੇ ਦੂਸਰਿਆਂ ਨੂੰ ਨਹੀਂ ਸੁਧਾਰ ਸਕਦੇ। ਹਾਂ, ਇੱਕ ਕੰਮ ਅਸੀਂ ਕਰ ਸਕਦੇ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਲਿਆ ਕੇ ਆਪਣੀ ਸੋਚ ਨੂੰ ਮੈਂਡ ਕਰਕੇ ਸਾਡੇ ਪੈਰਾਡਾਈਮ ਸ਼ਿਫਟ ਜ਼ਰੂਰ ਹੋ ਜਾਣਗੇ, ਜਿਹਦੀ ਮਹਿਕ ਦੂਸਰਿਆਂ ਤੱਕ ਜ਼ਰੂਰ ਪਹੁੰਚੇਗੀ। ਅਤੇ ਕਈ ਵਾਰੀ ਅਜਿਹਾ ਵੇਖਿਆ ਗਿਆ ਕਿ ਵਿਅਕਤੀ ਖੁਦ ਵਿੱਚ ਸੁਧਾਰ ਕਰਨਾ ਸ਼ੁਰੂ ਕਰ ਦੇਵੇ ਤੇ ਦੂਸਰਿਆਂ ਨੂੰ ਕਹਿਣ ਤੋਂ ਬਿਨਾਂ ਹੀ ਦੂਸਰੇ ਦੇ ਵਿੱਚ ਇੰਪਰੂਵਮੈਂਟ ਆਉਣੀ ਸ਼ੁਰੂ ਹੋ ਜਾਇਆ ਕਰਦੀ ਹੈ। ਇਸ ਤੋਂ ਅੱਗੇ ਦੋਸਤੋ, ਐਕਸਪੈਕਟੇਸ਼ਨ ਨੂੰ ਮਿਨੀਮਾਈਜ਼ ਕਰੋ। ਅਸੀਂ ਹਮੇਸ਼ਾ ਹੀ ਸੁੱਖ ਦੂਸਰਿਆਂ ਕੋਲੋਂ ਭਾਲਦੇ ਹਾਂ, ਕਿਉਂਕਿ ਸਾਡੇ ਸੁੱਖਾਂ ਦੇ ਸਰੋਤ ਸਾਰੇ ਹੀ ਦੂਸਰੇ ਹਨ, ਬਾਹਰੀ ਹਨ ਤੇ ਸੁਖੀ ਅਸੀਂ ਹੋਣਾ ਚਾਹੁੰਦੇ ਹਾਂ। ਦੋਸਤੋ, ਜੇ ਸਾਡਾ ਲੈਵਲ ਇਹ ਹੈ ਕਿ ਸਾਨੂੰ ਸੁੱਖ ਕਿਤੇ ਬਾਹਰੋਂ ਮਿਲੇਗਾ ਤੇ ਮੈਂ ਇਹ ਗੱਲ ਕਿਹਾ ਕਰਦਾ ਹਾਂ ਕਿ ਐਸਾ ਨਹੀਂ ਹੋਣ ਜਾ ਰਿਹਾ। ਕਿਸੇ ਰਿਸ਼ਤੇ ਦੇ ਵਿੱਚੋਂ ਸੁੱਖ ਉਦੋਂ ਹੀ ਮਿਲਦਾ ਹੈ ਜਦੋਂ ਉਸ ਸੁੱਖ ਦੀ ਬੁਨਿਆਦ ਸਾਡੇ ਆਪਣੇ ਅੰਦਰ ਹੋਵੇ। ਥੋੜੀ ਜਿਹੀ ਇੰਟਰੋਸਪੈਕਸ਼ਨ ਔਰ ਪੜਚੋਲ ਕਰਨ ਦੀ ਜ਼ਰੂਰਤ ਹੈ। ਇਹ ਜਾਣਨ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਆਪ ਨੂੰ ਕਦੇ ਸੁੱਖ ਦਿੱਤਾ ਜਾਂ ਸੁੱਖ ਦੇ ਰਹੇ ਹਾਂ। ਬੜਾ ਹੈਰਾਨੀਜਨਕ ਜਵਾਬ ਮਿਲੇਗਾ, ਕਾਰਨ ਅਸੀਂ ਸੁੱਖ ਦੀ ਤਲਾਸ਼ ਵੀ ਬਾਹਰ ਕਰਦੇ ਹਾਂ, ਐਕਸਪੈਕਟੇਸ਼ਨ ਵੀ ਬਾਹਰੋਂ ਰੱਖਦੇ ਹਾਂ, ਦੁਖੀ ਵੀ ਬਾਹਰਲੇ ਵਿਅਕਤੀਆਂ ਕੋਲੋਂ ਹੁੰਦੇ ਹਾਂ ਅਤੇ ਦੂਸਰਿਆਂ ਵਿੱਚੋਂ ਹੀ ਅਸੀਂ ਦੋਸ਼ ਲੱਭਦੇ ਹਾਂ। ਇਹਨਾਂ ਸਾਰੀਆਂ ਗੱਲਾਂ ਨੂੰ ਜੋੜ ਲਿਆ ਜਾਵੇ, ਨਤੀਜਨ ਦੁਖੀ ਤੇ ਅਸੀਂ ਹੁੰਦੇ ਹਾਂ। ਜੇ ਅਸੀਂ ਦੁਖੀ ਹੁੰਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਸਮਝਣ ਦੀ ਜ਼ਰੂਰਤ ਹੈ। ਸਾਨੂੰ ਆਪਣੇ ਆਪ ਇਹ ਕਾਰਨ ਜਾਣਨ ਦੀ ਜ਼ਰੂਰਤ ਹੈ ਕਿ ਅਸੀਂ ਦੁਖੀ ਕਿਉਂ। ਸੁਧਾਰ ਦੀ ਸਾਨੂੰ ਜ਼ਰੂਰਤ ਹੈ, ਕਿਸੇ ਦੂਸਰੇ ਨੂੰ ਨਹੀਂ।
ਆਓ ਇਹਨਾਂ ਰਿਸ਼ਤਿਆਂ ਦੀ ਇੰਪਰੂਵਮੈਂਟ ਵਾਸਤੇ, ਇਸ ਟੌਕਸਿਟੀ ਨੂੰ ਘੱਟ ਕਰਨ ਵਾਸਤੇ ਅਸੀਂ ਇੱਕ ਕਦਮ ਉਠਾਈਏ। ਸਭ ਤੋਂ ਪਹਿਲਾਂ ਸੁਧਾਰ ਦੀ ਸ਼ੁਰੂਆਤ ਖੁਦ ਵਿੱਚ ਕਰੀਏ। ਮੈਂ ਦਾਅਵੇ ਨਾਲ ਇੱਕ ਗੱਲ ਕਹਿ ਸਕਦਾ ਹਾਂ ਕਿ ਜੇ ਸੁਧਾਰ ਦੀ ਸ਼ੁਰੂਆਤ ਸਾਡੇ ਨਿੱਜ ਵਿੱਚੋਂ ਹੋਵੇਗੀ ਤਾਂ ਸਾਨੂੰ ਇਹਦੇ ਸਾਰਥਕ ਨਤੀਜੇ ਜ਼ਰੂਰ ਮਿਲਣਗੇ। ਬਹੁਤ ਬਹੁਤ ਧੰਨਵਾਦ।